ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ। ਮੈਂ ਜਗਜੀਤ ਸਿੰਘ ਲੈ ਕੇ ਤੁਹਾਡੇ ਲਈ ਖਾਸ ਪੇਸ਼ਕਸ਼ ਗੂੰਜਾਂ ਸਿੱਖ ਵਿਰਸੇ ਦੀਆਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਸਾਲ ਮੌਕੇ ਕਿਹੜੇ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਕਰਵਾਏ ਗਏ ਅਤੇ ਜਨਰਲ ਹਾਊਸ ਦਾ ਇਜਲਾਸ ਕਦੋਂ ਸੱਦਿਆ ਗਿਆ, ਇਸ 'ਤੇ ਵੀ ਨਜ਼ਰ ਪਾਵਾਂਗੇ। ਸੋ ਸ਼ੁਰੂਆਤ ਕਰਦੇ ਹਾਂ ਇਸ ਦੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਵਿਰਸੇ ਦੀਆਂ। 84 ਸਿੱਖ ਕਤਲੇਆਮ ਦੇ ਪੀੜਤਾਂ ਲਈ 31 ਦਸੰਬਰ ਦਾ ਦਿਨ ਬਹੁਤ ਵੱਡਾ ਦਿਨ ਸੀ। ਇਸ ਦਿਨ ਸੱਜਣ ਕੁਮਾਰ ਨੇ ਸਰੈਂਡਰ ਕੀਤਾ ਅਤੇ ਉਸ ਨੂੰ ਜੇਲ੍ਹ ਵਿੱਚ ਡੱਕਿਆ ਗਿਆ। ਸੋ ਸੱਜਣ ਕੁਮਾਰ ਦੀ ਜੇਲ੍ਹ ਯਾਤਰਾ ਕਿਸ ਤਰ੍ਹਾਂ ਦੀ ਰਹੀ, ਵੇਖੋ ਸਾਡੀ ਖਾਸ ਰਿਪੋਰਟ। 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਇਲਾਕੇ 'ਚ 5 ਸਿੱਖਾਂ ਦੇ ਕਤਲ ਦਾ ਦੋਸ਼ੀ ਸੱਜਣ ਕੁਮਾਰ ਅਤੇ ਉਸਦੇ ਬਾਕੀ ਪਿਆਦੇ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਏ ਨੇ। ਤਕਰੀਬਨ 3 ਦਹਾਕਿਆਂ ਤੋਂ ਵੱਧ ਦਾ ਸਮਾਂ ਪੀੜਤਾਂ ਨੂੰ ਇਸ ਘੜੀ ਦਾ ਇੰਤਜ਼ਾਰ ਕਰਨਾ ਪਿਆ ਜਦੋਂ ਉਹਨਾਂ ਦਾ ਗੁਨਾਹਗਾਰ ਆਪਣੀ ਸਜ਼ਾ ਭੁਗਤਣ ਲਈ ਜੇਲ੍ਹ ਪਹੁੰਚਿਆ। ਸੱਜਣ ਦੀ ਇਹ ਜੇਲ੍ਹ ਯਾਤਰਾ ਕਿਵੇਂ ਸ਼ੁਰੂ ਹੋਈ, ਤੁਹਾਨੂੰ ਲੜੀਵਾਰ ਤਰੀਕੇ ਨਾਲ ਦੱਸਦੇ ਹਾਂ। ਦਿਨ ਸੋਮਵਾਰ, ਸਮਾਂ ਸਵੇਰ ਦੇ 8 ਵਜੇ। ਸਵੇਰੇ 8 ਵਜੇ ਸੱਜਣ ਕੁਮਾਰ ਅਦਾਲਤ ਜਾਣ ਲਈ ਆਪਣੇ ਘਰੋਂ ਰਵਾਨਾ ਹੋਇਆ। ਮੀਡੀਆ ਵੱਲੋਂ ਉਸ ਨੂੰ ਸਵਾਲ ਪੁੱਛੇ ਗਏ, ਪਰ ਸਜ਼ਾ ਦੇ ਖੌਫ 'ਚ ਕਾਤਲ ਸੱਜਣ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਦਿਖਿਆ। ਕੀਤੇ ਗੁਨਾਹਾਂ ਦਾ ਖੌਫ ਉਸਦੇ ਚਿਹਰੇ ਤੇ ਸਾਫ਼ ਝਲਕ ਰਿਹਾ ਸੀ। ਉਧਰ ਦੂਜੇ ਪਾਸੇ ਕੜਕੜਡੂਮਾ ਅਦਾਲਤ ਦੇ ਬਾਹਰ ਵੱਡੀ ਗਿਣਤੀ 'ਚ ਪਹੁੰਚੇ ਪੀੜਤ ਪਰਿਵਾਰ ਸੱਜਣ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ। ਇਹ ਲੋਕ ਆਪਣੀਆਂ ਅੱਖਾਂ ਦੇ ਸਾਹਮਣੇ ਉਸ ਨੂੰ ਜੇਲ੍ਹ ਅੰਦਰ ਜਾਂਦੇ ਹੋਏ ਦੇਖਣਾ ਚਾਹੁੰਦੇ ਸਨ। 8 ਵਜੇ ਘਰੋਂ ਨਿਕਲਣ ਤੋਂ ਬਾਅਦ ਦੋਸ਼ੀ ਸੱਜਣ ਕਿੱਥੇ ਗਿਆ, ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਤੇ ਤਕਰੀਬਨ 6 ਘੰਟੇ ਬਾਅਦ ਯਾਨੀ 2:15 ਤੇ ਸੱਜਣ ਕੁਮਾਰ ਅਦਾਲਤ 'ਚ ਪਹੁੰਚਿਆ, ਜਿੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਤ ਕੀਤੇ ਗਏ ਸਨ। 15 ਮਿੰਟਾਂ ਬਾਅਦ ਤਕਰੀਬਨ 2:30 ਵਜੇ ਸੱਜਣ ਦੀ ਸਜ਼ਾ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਕਿ ਉਸ ਨੂੰ ਕਿਸ ਜੇਲ੍ਹ ਦੇ ਵਿੱਚ ਭੇਜਿਆ ਜਾਵੇ। ਸੱਜਣ ਦੇ ਵਕੀਲ ਨੇ ਉਸ ਨੂੰ ਤਿਹਾੜ ਦੀ ਥਾਂ ਮੰਡੋਲੀ ਜੇਲ੍ਹ ਭੇਜਣ ਦੀ ਗੁਜ਼ਾਰਿਸ਼ ਕੀਤੀ। 2:45 ਤੇ ਅਦਾਲਤ ਨੇ ਦੋਸ਼ੀ ਸੱਜਣ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ। ਕੈਦੀਆਂ ਨੂੰ ਲਿਜਾਣ ਵਾਲੀ ਗੱਡੀ 'ਚ ਸੱਜਣ ਕੁਮਾਰ ਪੁਲਿਸ ਸੁਰੱਖਿਆ ਵਿਚਾਲੇ ਮੰਡੋਲੀ ਜੇਲ੍ਹ ਦੇ ਲਈ ਰਵਾਨਾ ਹੋਇਆ। ਸੱਜਣ ਦੀ ਜੇਲ੍ਹ ਯਾਤਰਾ ਦਾ ਆਗਾਜ਼ ਹੁੰਦੇ ਪੀੜਤਾਂ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਛਲਕ ਉੱਠੇ, ਪਰ ਨਾਲ ਹੀ फांसी ਦੀ सजा देने की मांग मुड़ उठी। धन्यवाद है उस जज का जो हमें न्याय दिया है, और धन्यवाद है आपका जो आप हमारे आगे तक आवाज पहुंचाइए। ये इसको तो जेल भेजा है ना, इसको उम्र कह दे, इसको बेटा फांसी लगनी चाहिए। अभी तो अधूरा कैसे, अभी जगदीश टाइटनर बैठा है, अब और धर्मदास शास्त्री बैठा है, अभी तो और बैठे, उनको भी फांसी लगनी चाहिए बेटा। जैसे जिंदों को हमारे को जलाया गया, इनको भी जिंदों को जलाया जाए तो हमारे को तसल्ली होगी बेटा। बहुत खुशी है, सानू जेल जा रहा है, अज उन्होंने पता लगेगा कि मैं अपना परिवार किस तरह छड़ के आया। हाले तो ओदी शुरुआत है, सानू तो 34 साल हो गए रोंदे पिटदे, कोर्ट दा दरवाजा खटखटांदे, हुण जाके साडी सुनाई हुई है। तकरीबन 3:20 ਤੇ ਦੋਸ਼ੀ ਸੱਜਣ ਆਪਣੇ ਅਸਲ ਠਿਕਾਣੇ ਯਾਨੀ ਮੰਡੋਲੀ ਜੇਲ੍ਹ ਪਹੁੰਚਿਆ, ਜਿੱਥੇ ਉਸ ਨੂੰ ਪਹੁੰਚਾਉਣ ਦੇ ਲਈ 34 ਸਾਲ ਲੱਗ ਗਏ। ਪੀੜਤਾਂ ਨੂੰ ਇੱਕ ਲੰਬੀ ਜੰਗ ਲੜਨੀ ਪਈ। ਦੋਸ਼ੀ ਸੱਜਣ ਨੂੰ ਹੁਣ 14 ਨੰਬਰ ਜੇਲ੍ਹ ਦੇ ਵਿੱਚ ਰੱਖਿਆ ਗਿਆ। 3 ਦਹਾਕਿਆਂ ਦੀ ਲੜਾਈ ਅੰਜਾਮ ਤੱਕ ਪਹੁੰਚੀ ਹੈ। तमाम तंगियां मुश्किलां सहंदे हुए पीड़तां ने हार नहीं मनी। वो जथेबंदियां दे आगू भी जो इस लड़ाई च पीड़ित परिवारां नाल डटे रहे, खुश नजर आए। ਅੱਜ ਸਾਡੇ ਵਾਸਤੇ ਇੱਕ ਬਹੁਤ ਵੱਡਾ ਦਿਨ ਆ। ਇੱਕ ਮਗਰਮੱਛ ਜਿਹੜਾ ਸਮਝਦਾ ਸੀਗਾ ਕਿ ਉਸ ਨੂੰ ਕੋਈ ਹੱਥ ਨਹੀਂ ਪਾ ਸਕਦਾ, ਜਿਸ ਨੂੰ ਕਾਂਗਰਸ ਨੇ 34 ਸਾਲ ਬਾਅਦ 34 ਸਾਲ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ, ਅੱਜ ਉਹਦੀ ਹਾਰ ਹੋਈ ਆ ਔਰ ਅੱਜ ਕੌਮ ਦੀ ਜਿੱਤ ਹੋਈ ਆ, ਦੇਸ਼ 'ਚ ਇਨਸਾਫ ਪਸੰਦ ਲੋਕਾਂ ਦੀ ਜਿੱਤ ਹੋਈ ਆ। ਮੈਂ ਅੱਜ ਕਹਿਣਾ ਹੈ, ਅੱਜ ਗਾਂਧੀ ਪਰਿਵਾਰ ਨੂੰ ਬਾਹਰ ਆ ਕੇ ਕਹਿਣਾ ਚਾਹੀਦਾ ਹੈ, ਵੀ ਆਰ ਸੌਰੀ, ਵੀ ਆਰ ਸੌਰੀ, ਵੀ ਆਰ ਸੌਰੀ। ਲੜਾਈ ਜਾਰੀ ਰਹੇਗੀ, ਇਹ ਜੰਗ ਜਾਰੀ ਰਹੇਗੀ ਜਦੋਂ ਤੱਕ ਟਾਈਟਲਰ ਔਰ ਕਮਲਨਾਥ ਨੂੰ ਇਹ ਜੇਲ੍ਹ ਨਹੀਂ ਛੱਡ ਕੇ, ਉਦੋਂ ਤੱਕ ਸਾਡੀ ਲੜਾਈ ਇਸੇ ਤਰ੍ਹਾਂ ਜਾਰੀ ਰਹੂਗੀ। ਕਾਤਲ ਸੱਜਣ ਕੁਮਾਰ ਦੇ ਜੇਲ੍ਹ ਜਾਣ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਖੁਸ਼ੀ ਅਤੇ ਸੰਤੁਸ਼ਟੀ ਦਾ ਇਜ਼ਹਾਰ ਤਾਂ ਕੀਤਾ, ਪਰ ਨਾਲ ਹੀ ਇਹ ਵੀ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਜੰਗ ਜਾਰੀ ਰਹੇਗੀ। ਬਿਊਰੋ ਰਿਪੋਰਟ, PTC ਨਿਊਜ਼। 1984 ਸਿੱਖ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਵੀ ਇਸ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਯਤਨਾਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। 34 ਸਾਲਾਂ ਤੋਂ ਕਤਲੇਆਮ ਦੀ ਇਨਸਾਫ ਦੀ ਲੜਾਈ ਲੜਦੀ ਹੋਈ ਸਿੱਖ ਕੌਮ
ਨੂੰ ਪਹਿਲੀ ਇਨਸਾਫ ਦੀ ਕਿਰਨ ਅਦਾਲਤਾਂ ਨੇ ਦਿੱਤੀ ਤੇ ਉਹਨਾਂ ਕਾਤਲਾਂ ਨੂੰ ਫਾਂਸੀ ਵਿੱਚ ਟੰਗਣ ਦਾ ਜਿਹੜਾ ਕੰਮ ਕੀਤਾ, ਇਹਦੇ ਨਾਲ ਸਾਨੂੰ ਵਿਸ਼ਵਾਸ ਹੈ ਕਿ ਵੱਡੇ ਮਗਰਮੱਛ ਵੀ ਫਾਂਸੀ 'ਚ ਟੰਗੇ ਜਾਣਗੇ ਜਿਨ੍ਹਾਂ ਨੇ ਸਿੱਖਾਂ ਦੀ ਨਸਲਖੁਸ਼ੀ ਕੀਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਹੀ ਦ੍ਰਿੜ ਇਰਾਦਾ ਅਤੇ ਸਖਤ ਸੰਘਰਸ਼ ਸੀ ਜਿਸ ਦੇ ਕਰਕੇ ਬੇਗੁਨਾਹ ਸਿੱਖਾਂ ਦੇ ਕਾਤਲਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਿਲਣੀ ਸ਼ੁਰੂ ਹੋਈ। ਉਹਨਾਂ ਦਾ ਸੰਘਰਸ਼ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਕਾਨੂੰਨ ਨੂੰ ਆਪਣੀ ਜੇਬ 'ਚ ਰੱਖਣ ਦਾ ਦਾਅਵਾ ਕਰਨ ਵਾਲੇ ਦੋਸ਼ੀ ਅੱਜ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚੇ ਨੇ। ਇਹ ਅਕਾਲੀ ਦਲ ਦੇ ਇਹੀ ਸੰਘਰਸ਼ ਦਾ ਸੱਟਾ ਹੈ ਜਿਸ ਦੇ ਕਰਕੇ ਪਹਿਲਾਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਨੂੰ ਉਮਰ ਕੈਦ ਅਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਹੁਣ ਇੱਕ ਵੱਡਾ ਮਗਰਮੱਛ ਯਾਨੀ ਸਭ ਤੋਂ ਵੱਡਾ ਦੋਸ਼ੀ ਸੱਜਣ ਕੁਮਾਰ ਵੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚ ਗਏ। ਦਰਅਸਲ ਇਹ ਸਿਲਸਿਲਾ ਸਾਲ 2014 ਚ ਐਨਡੀਏ ਦੀ ਸਰਕਾਰ ਬਣਨ ਤੋਂ ਬਾਅਦ ਸ਼ੁਰੂ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਕਰਕੇ ਹੀ ਮੋਦੀ ਸਰਕਾਰ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ। ਬੰਦ ਹੋ ਚੁੱਕੇ ਕੇਸ ਮੁੜ ਖੋਲ੍ਹੇ ਗਏ ਤੇ ਉਹਨਾਂ ਦੀ ਜਾਂਚ ਸ਼ੁਰੂ ਕੀਤੀ ਗਈ। 84 ਦੇ ਕਾਤਲਾਂ ਨੂੰ ਸਜ਼ਾ ਹੋਣ ਦਾ ਸਿਲਸਿਲਾ ਇਸੇ ਸਾਲ 20 ਨਵੰਬਰ ਤੋਂ ਸ਼ੁਰੂ ਹੋਇਆ ਜਦੋਂ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ 84 ਦੇ ਸਿੱਖ ਕਤਲੇਆਮ ਦੇ ਇੱਕ ਕੇਸ 'ਚ ਦੋਸ਼ੀ ਕਰਾਰ ਦਿੱਤੇ ਯਸ਼ਪਾਲ ਸਿੰਘ ਨੂੰ ਫਾਂਸੀ ਅਤੇ ਉਸਦੇ ਸਾਥੀ ਨਰੇਸ਼ ਸਹਿਰਾਵਤ ਉਮਰ ਕੈਦ ਦੀ ਸਜ਼ਾ ਸੁਣਾਈ। ਇਹੀ ਉਹ ਫੈਸਲਾ ਸੀ ਜਿਸ ਨੇ ਬਾਕੀ ਕਾਤਲਾਂ ਦੀ ਵੀ ਨੀਂਦ ਹਰਾਮ ਕਰ ਦਿੱਤੀ ਤੇ ਹੁਣ ਸੱਜਣ ਕੁਮਾਰ, ਮਹੇਂਦਰ ਯਾਦਵ ਅਤੇ ਕਿਸ਼ਨ ਖੋਖਰ ਦੇ ਜੇਲ੍ਹ ਜਾਂਦਿਆਂ ਹੀ ਬਾਕੀ ਬਚੇ ਦੋਸ਼ੀਆਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪੂਰੇ ਮਾਮਲਿਆਂ ਦੀ ਜਾਂਚ ਦੀ ਖੁਦ ਨਜ਼ਰਸਾਨੀ ਕਰਦਾ ਰਿਹਾ ਅਤੇ ਜਦ ਲੱਗਿਆ ਕਿ ਜਾਂਚ ਹੌਲੀ ਚੱਲ ਰਹੀ ਹੈ ਤਾਂ ਦਿੱਲੀ 'ਚ ਪਹੁੰਚ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਪਾਰਲੀਮੈਂਟ ਤੋਂ ਲੈ ਕੇ ਸੜਕ ਤੱਕ ਉਹਨਾਂ ਦੀ ਇਨਸਾਫ ਦੀ ਆਵਾਜ਼ ਨੂੰ ਠੰਡਾ ਨਹੀਂ ਪੈਣ ਦਿੱਤਾ। ਸੱਜਣ ਦੇ ਜੇਲ੍ਹ ਜਾਂਦੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਨੂੰ ਘੇਰਿਆ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉਮਰ ਕੈਦ ਦੀ ਸਜ਼ਾ ਦੇ ਮੱਦੇਨਜ਼ਰ ਸੱਜਣ ਕੁਮਾਰ ਵੱਲੋਂ ਸਰੈਂਡਰ ਕਰਨ ਨਾਲ ਕਾਂਗਰਸ ਦਾ ਇੱਕ ਮਗਰਮੱਛ ਸ਼ਿਕੰਜੇ ਵਿੱਚ ਆ ਗਿਆ। ਦੋ ਹੋਰ ਜਗਦੀਸ਼ ਟਾਈਟਲਰ ਅਤੇ ਕਮਲਨਾਥ ਬਚੇ ਨੇ, ਜਿਸ ਤੋਂ ਬਾਅਦ ਸਿੱਖਾਂ ਦੇ ਕਤਲੇਆਮ ਵਿੱਚ ਗਾਂਧੀ ਪਰਿਵਾਰ ਅਤੇ ਉਹਨਾਂ ਦੀ ਭੂਮਿਕਾ ਬੇਨਕਾਬ ਹੋਵੇਗੀ। ਤਦ ਹੀ 1984 ਸਿੱਖ ਕਤਲੇਆਮ ਕੇਸ ਦਾ ਪੱਕਾ ਨਿਪਟਾਰਾ ਹੋਵੇਗਾ। ਹੁਣ ਜਦੋਂ ਸੱਜਣ ਕੁਮਾਰ ਉਮਰ ਭਰ ਲਈ ਜੇਲ੍ਹ ਅੰਦਰ ਚਲਾ ਗਿਆ, ਰਾਹੁਲ ਗਾਂਧੀ ਨੂੰ ਦੱਸਣਾ ਚਾਹੀਦਾ ਹੈ ਕਿ ਕਿਉਂ ਉਹਨਾਂ ਦੇ ਪਰਿਵਾਰ ਨੇ 34 ਸਾਲ ਤੱਕ ਉਸ ਦੀ ਪੁਸ਼ਤ ਪਨਾਹੀ ਕੀਤੀ। ਕੁਝ ਮਹੀਨੇ ਪਹਿਲਾਂ ਰਾਹੁਲ ਨੇ ਦਾਅਵਾ ਕੀਤਾ ਸੀ ਕਿ 1984 ਸਿੱਖ ਕਤਲੇਆਮ ਵਿੱਚ ਕੋਈ ਵੀ ਕਾਂਗਰਸੀ ਸ਼ਾਮਿਲ ਨਹੀਂ ਸੀ। ਸੱਜਣ, ਟਾਈਟਲਰ ਅਤੇ ਕਮਲਨਾਥ ਦੇ ਹੱਥ ਵਿੱਚ ਗਾਂਧੀ ਪਰਿਵਾਰ ਦਾ ਕਿਹੜਾ ਰਾਜ਼ ਸੀ? ਕਿਉਂ ਉਹਨਾਂ ਨੂੰ ਕਾਨੂੰਨ ਦੇ ਸ਼ਿਕੰਜੇ ਤੋਂ ਬਚਾਇਆ ਅਤੇ ਵੱਡੇ-ਵੱਡੇ ਅਹੁਦਿਆਂ ਨਾਲ ਨਵਾਜ਼ਿਆ ਜਾਂਦਾ ਹੈ? ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 84 ਪੀੜਤਾਂ ਦੇ ਹੱਕ ਦੀ ਲੜਾਈ ਲੜਦੇ ਆਏ ਨੇ, ਉਸ ਤੋਂ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਸੱਜਣ ਤੋਂ ਬਾਅਦ ਦੂਜਾ ਵੱਡਾ ਦੋਸ਼ੀ ਜਗਦੀਸ਼ ਟਾਈਟਲਰ ਅਤੇ ਕਮਲਨਾਥ ਵੀ ਜੇਲ੍ਹ 'ਚ ਚੱਕੀ ਪੀਸਦੇ ਦਿਖਾਈ ਦੇਣਗੇ। ਉਹ ਦਿਨ ਵੀ ਜ਼ਿਆਦਾ ਦੂਰ ਨਹੀਂ ਜਦੋਂ ਇਹਨਾਂ ਸਾਰੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਇਹਨਾਂ ਦੇ ਆਕਾ ਵੀ ਕਾਨੂੰਨ ਦੇ ਸ਼ਿਕੰਜੇ 'ਚ ਆਉਣਗੇ। ਬਿਊਰੋ ਰਿਪੋਰਟ, PTC ਨਿਊਜ਼। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 19 ਜਨਵਰੀ ਨੂੰ ਜਨਰਲ ਹਾਊਸ ਦਾ ਇਜਲਾਸ ਸੱਦਿਆ ਗਿਆ, ਜਿਸ ਵਿੱਚ ਚੋਣਾਂ ਕਰਵਾ ਕੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਦਾ ਐਲਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਕੀਤਾ ਗਿਆ। ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ DSGMC ਦੀ 19 ਜਨਵਰੀ ਨੂੰ ਚੋਣ ਕਰਵਾਈ ਜਾਵੇਗੀ ਤੇ ਇਸ ਚੋਣ ਦੌਰਾਨ ਨਵੇਂ ਚਿਹਰਿਆਂ ਨੂੰ ਦਿੱਲੀ ਕਮੇਟੀ ਦੀ ਕਮਾਨ ਸੌਂਪੀ ਜਾਵੇਗੀ, ਜਿਸ ਦਾ ਐਲਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਫੈਸਲਾ ਲਿਆ ਗਿਆ, ਜਿਹਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਔਰ ਮੈਂ ਮਿਲ ਕੇ ਦੋਨਾਂ ਨੇ ਜਿਹੜੀ ਗੁਰਦੁਆਰਾ ਕਮਿਸ਼ਨ ਨੂੰ ਚਿੱਠੀ ਲਿਖੀ ਹੈ, ਸਿੰਘ ਸਾਹਿਬਾਨਾਂ ਨੂੰ ਚਿੱਠੀ ਲਿਖੀ ਹੈ, ਜਿਹੜੀ ਆਉਣ ਵਾਲੀ 19 ਜਨਵਰੀ 2019 ਨੂੰ ਜਿਹੜੀ ਅੰਤਰਿਮ ਬੋਰਡ ਦੀ ਇਲੈਕਸ਼ਨ ਹੈ ਉਹ ਕਰਾਈ ਜਾਏਗੀ। ਔਰ ਜਿਹੜਾ ਸੰਗਤਾਂ ਨੂੰ ਅਸੀਂ ਵਾਅਦਾ ਕੀਤਾ ਸੀ ਕਿ ਜਿਹੜੀ ਨਿਸ਼ਪਕਸ਼ ਇਲੈਕਸ਼ਨ ਕਰਾਉਣ ਦਾ ਔਰ ਇਸ ਸਮੇਂ ਸਿਰ ਇਲੈਕਸ਼ਨ ਕਰਾਉਣ ਦਾ ਉਹ ਅਸੀਂ ਵਾਅਦਾ ਪੂਰਾ ਕਰ ਰਹੇ ਹਾਂ। ਔਰ ਇਹ ਇਲੈਕਸ਼ਨ 19 ਜਨਵਰੀ 2019 ਦੇ ਵਿੱਚ ਕੀਤੀ ਜਾਏਗੀ। ਦਰਅਸਲ ਇਹ ਚੋਣਾਂ 2019 ਦੇ ਮਾਰਚ ਵਿੱਚ ਹੋਣੀਆਂ ਸਨ, ਜਿਸ ਨੂੰ ਪ੍ਰੀਪੋਨ ਕਰਕੇ 19 ਜਨਵਰੀ ਨੂੰ ਕਰਵਾਇਆ ਜਾ ਰਿਹਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਹਰਮੀਤ ਸਿੰਘ ਕਾਲਕੇ ਨੇ ਔਰ ਮੇਰੇ ਵੱਲੋਂ
ਅਸੀਂ ਡਾਇਰੈਕਟਰ ਇਲੈਕਸ਼ਨਸ ਨੂੰ ਲਿਖ ਕੇ ਭੇਜ ਦਿੱਤਾ ਔਰ ਇੰਟੀਮੇਟ ਕਰ ਦਿੱਤਾ ਸਾਰੇ ਮੈਂਬਰਸ ਨੂੰ ਵੀ ਕਿ ਚੁਣਾਵ ਜਿਹੜਾ ਹੈ ਉਹ 19 ਜਨਵਰੀ ਨੂੰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਕਰਾਇਆ ਜਾਏਗਾ ਔਰ ਇਹ ਇੰਟੀਮੇਸ਼ਨ ਜਿਹੜੀ ਆ ਗੁਰਦੁਆਰਾ ਡਾਇਰੈਕਟਰ ਨੂੰ ਭੇਜ ਦਿੱਤੀ ਗਈ ਹੈ ਤਾਂ ਕਿ ਉਹ ਵੀ ਆਪਣਾ ਜਿਹੜੇ ਪ੍ਰਬੰਧ ਵਾਸਤੇ ਆਪਣਾ ਆਦਮੀ ਭੇਜਣ ਔਰ ਹੁਣ ਇਹ ਜਿਹੜਾ ਚੁਣਾਵ 31 ਮਾਰਚ ਨੂੰ ਹੋਣਾ ਸੀਗਾ ਉਹਨੂੰ ਪ੍ਰੀਪੋਨ ਕਰਕੇ 19 ਜਨਵਰੀ 2019 ਦੇ ਅੰਦਰ ਇਹ ਚੁਣਾਵ ਕਰਾਇਆ ਜਾਊਗਾ। ਸੋ ਜਿਹੜਾ ਸਾਡਾ ਸੰਗਤਾਂ ਦਾ ਵਾਅਦਾ ਸੀ ਕਿ ਅਸੀਂ ਟਾਈਮਲੀ ਬਿਫੋਰ ਟਾਈਮ ਆਪਣੀ ਇਲੈਕਸ਼ਨ ਨੂੰ ਕੰਕਲੂਡ ਕਰਾਂਗੇ, ਉਸ ਦੇ ਚੱਲਦੇ ਅਸੀਂ ਇਹ ਚਿੱਠੀ ਕੱਢੀ ਆ ਔਰ ਹੁਣ 19 ਤਰੀਕ ਨੂੰ ਇਹ ਚੁਣਾਵ ਹੋਊਗਾ। 19 ਤਰੀਕ ਦਾ ਜੋ ਇਜਲਾਸ ਬੁਲਾਇਆ ਗਿਆ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਮੌਰ ਸਿੱਖ ਸੰਸਥਾ ਹੈ। ਇਹ ਕੇਵਲ ਦਿੱਲੀ ਦੀਆਂ ਸੰਗਤਾਂ ਦੀਆਂ ਹੀ ਇੱਛਾਵਾਂ ਨਹੀਂ ਆ ਬਲਕਿ ਪੂਰੇ ਸੰਸਾਰ ਭਰ ਦੇ ਸਿੱਖਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ। ਔਰ ਮੈਂ ਸਮਝਦਾ ਕਿ ਪਿੱਛੇ ਜੋ ਵੀ ਘਟਨਾਕ੍ਰਮ ਹੋਇਆ ਉਹ ਬੜਾ ਦੁਖਦਾਈ ਸੀ ਔਰ ਦਿੱਲੀ ਦੀ ਸੰਗਤ ਦੀਆਂ ਜੋ ਇੱਛਾਵਾਂ ਹਨ ਉਹਨਾਂ ਦੇ ਉੱਤੇ ਬਿਲਕੁਲ ਪੂਰਾ ਉਤਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਔਰ 19 ਤਰੀਕ ਨੂੰ ਜਿੱਥੇ ਆਫਿਸ ਬੇਰਰ ਦੀ ਨਵੀਂ ਚੋਣ ਹੋਣੀ ਹੈ ਉੱਥੇ ਨਾਲ ਹੀ ਉਸਦੇ ਹੋਰ ਬਹੁਤ ਸਾਰੇ ਮੁੱਦੇ ਹਨ ਜੋ ਦਿੱਲੀ ਦੀ ਸਿੱਖ ਸੰਗਤਾਂ ਦੇ ਐਜੂਕੇਸ਼ਨ ਦੇ ਹੋਰ ਬਹੁਤ ਸਾਰੇ, ਉਹ ਸਾਰਿਆਂ ਦੇ ਉੱਤੇ ਵਿਚਾਰ ਹੋਏਗੀ ਔਰ ਅੱਗੇ ਵੱਧ ਚੜ੍ਹ ਕੇ ਕੰਮ ਜਿਹੜਾ ਉਹ ਕੀਤਾ ਜਾਏਗਾ। ਜਿਹੜਾ ਇਜਲਾਸ ਬੁਲਾਇਆ ਜਾ ਰਿਹਾ 19 ਤਰੀਕ ਨੂੰ ਉਹਦੇ ਤੇ ਜਿੰਨੀਆਂ ਵੀ DGPC ਦੀਆਂ ਜਿੰਨੀਆਂ ਵੀ ਸਾਡੀਆਂ ਪਰੇਸ਼ਾਨੀਆਂ ਨੇ ਜਾਂ ਜਿੰਨਾ ਪਿੱਛੇ ਕਰਪਸ਼ਨ ਦੇ ਮਾਮਲੇ ਉਹਨਾਂ ਸਭ ਤੇ ਵਿਚਾਰਾਂ ਤੇ ਕੀਤੀਆਂ ਜਾਣਗੀਆਂ। ਨਵੇਂ ਅਹੁਦੇਦਾਰ ਵੀ ਥਾਪੜੇ ਜਾਣਗੇ, ਆਬਜੈਕਟਿਵ ਕਮੇਟੀ ਵੀ ਨਵੀਂ ਬਣੇਗੀ ਤੇ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ, ਇਸ ਤਰ੍ਹਾਂ ਦਾ ਕੋਈ ਵੀ ਸਿਲਸਿਲਾ ਨਾ ਹੋਵੇ। ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਸਾਲ ਦੇ ਅੰਤ 'ਚ ਅੰਤਰਿੰਗ ਬੋਰਡ ਦੀ ਬੈਠਕ ਕੀਤੀ ਗਈ ਸੀ ਜਿਸ 'ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪਰਬ ਦੌਰਾਨ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ, ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਅਤੇ ਨਵੇਂ ਅਹੁਦੇਦਾਰਾਂ ਦੀ ਚੋਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਅਹਿਮ ਕਮੇਟੀ ਦੀ ਜ਼ਿੰਮੇਵਾਰੀ ਕਿਸ ਨੂੰ ਮਿਲਦੀ ਹੈ, ਪ੍ਰਧਾਨ ਦੇ ਲਈ ਕਿਹੜੇ ਚਿਹਰੇ ਤੇ ਮੋਹਰ ਲੱਗਦੀ ਹੈ। ਬਿਊਰੋ ਰਿਪੋਰਟ PTC ਨਿਊਜ਼। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਸਾਲ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੰਗਤ ਨੇ ਵੀ ਵੱਡੀ ਗਿਣਤੀ 'ਚ ਆਪਣੀ ਹਾਜ਼ਰੀ ਲਵਾਈ।
ਸੋ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਹੈ ਨਹੀਂ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.tv। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਫਿਰ ਹੋਵਾਂਗੇ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।